ਦੱਸਣਾ ਚਾਹੁੰਦਾ ਵੀ ਕਿਹੜੇ 11 ਸਿੰਘ ਨੇ ਜਿਨ੍ਹਾਂ ਨੇ ਇਹ ਇਕੱਤਰਤਾ ਬੁਲਾਈ ਸੀਗੀ। ਜ਼ਰੂਰ ਜ਼ਰੂਰ। ਔਰ ਉਹ ਪਿਛਲੇ 25 ਸਾਲ ਜਿੱਦਾਂ ਉਹਨਾਂ ਨੇ ਕਿਹਾ ਕਿ 25 ਸਾਲ ਤੋਂ ਖੁੱਡਾਂ ਦੇ ਵਿੱਚ ਵੜੇ ਹੋਏ ਸੀ, ਉਹ ਦੱਸਣਾ ਚਾਹਾਂਗੇ ਵੀ 25 ਸਾਲ ਉਹ ਕੀ ਕਰ ਰਹੇ ਸੀ। ਹਾਂਜੀ ਹਾਂਜੀ ਜ਼ਰੂਰ। ਸਭ ਤੋਂ ਪਹਿਲਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਉਹ 32 ਸਾਲ ਕੈਦ ਕੱਟ ਕੇ ਇੰਗਲੈਂਡ ਦੀ ਜੇਲ੍ਹ ਦੇ ਵਿੱਚ, ਔਰ 21 ਨਵੰਬਰ 2021 ਨੂੰ ਇੰਗਲੈਂਡ ਤੋਂ ਵਾਪਸ ਆਏ ਆ। ਥੋੜਾ ਜਿਹਾ 17 ਮੈਂ ਉਸੇ ਗੱਲ ਤੇ ਆ ਰਿਹਾ, 17 ਨਵੰਬਰ 1987 ਨੂੰ ਇੱਕ ਗੁਰੂ ਦੋਖੀ ਨੂੰ ਸੋਧਣ ਦੇ ਵਾਸਤੇ ਉਹਨਾਂ ਨੂੰ ਮਤਲਬ ਕੈਦ ਕੀਤਾ ਗਿਆ ਸੀਗਾ। ਔਰ 22 ਸਾਲ ਦੀ ਕੈਦ ਤੋਂ ਬਾਅਦ ਹਕੂਮਤ ਨੇ ਉਹਨਾਂ ਨੂੰ ਕਿਹਾ ਸੀਗਾ, ਇੰਗਲੈਂਡ ਦੀ ਸਰਕਾਰ ਨੇ, ਕਿ ਜੇਕਰ ਤੁਸੀਂ ਇਸ ਗੱਲ ਦੇ ਉੱਪਰ ਅਫਸੋਸ ਜ਼ਾਹਰ ਕਰਦੇ ਹੋ, ਤੁਸੀਂ ਕਹੋ ਵੀ ਅਸੀਂ ਜੋ ਕੀਤਾ ਅਸੀਂ ਉਹਦੇ ਤੇ ਅਫਸੋਸ ਜ਼ਾਹਰ ਕਰਦੇ ਹਾਂ, ਅਸੀਂ ਗੁੱਸੇ 'ਚ ਜਾਂ ਕਿਸੇ ਵੀ ਤਰੀਕੇ ਨਾਲ ਕਰ ਰਿਹਾ ਸੀ, ਤੇ ਤੁਹਾਨੂੰ ਰਿਹਾ ਕੀਤਾ ਜਾ ਸਕਦਾ। ਔਰ ਉਹਨਾਂ ਨੇ ਲਗਭਗ ਤੁਸੀਂ ਲਾਓਗੇ ਜਿਹੜੀ 10-12 ਸਾਲ ਕੈਦ ਕੱਟੀ ਹੈ, ਉਹ ਇਸ ਗੱਲ ਦੇ ਉੱਪਰ ਕੱਟੀ ਕਿ ਨਹੀਂ, ਉਹ ਗੁਰੂ ਦੋਖੀ ਸੀਗਾ, ਅਸੀਂ ਜੋ ਕੀਤਾ ਉਹ ਆਪਣੇ ਗੁਰੂ ਦੇ ਸਤਿਕਾਰ ਵਾਸਤੇ ਕੀਤਾ। ਜਿਹੜੇ ਭਾਈ ਸਾਹਿਬ ਇਹ ਕਹਿ ਰਹੇ ਆ ਕਿ 25 ਸਾਲਾਂ ਤੋਂ ਮਤਲਬ ਖੁੱਡਾਂ ਦੇ ਵਿੱਚ ਸੀ ਜਾਏ, ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਦੇ ਉੱਪਰ ਕਿ ਉਹ ਗੁਰੂ ਅਦਬ ਦੇ ਵਾਸਤੇ ਇੱਕ ਗੁਰੂ ਦੋਖੀ ਨੂੰ ਸੋਧਣ ਦੇ ਲਈ 32 ਸਾਲ, ਮੇਰੀ ਜਾਣਕਾਰੀ ਦੇ ਵਿੱਚ ਸਿੱਖਾਂ ਦੇ ਵਿੱਚ ਇਸ ਤੋਂ ਲੰਬੀ ਕੈਦ ਹਾਲੀਆ ਸਮੇਂ ਦੇ ਵਿੱਚ ਕਿਸੇ ਦੀ ਨਹੀਂ ਹੈ। ਦੂਸਰੇ ਹੈਗੇ ਨੇ ਭਾਈ ਲਾਲ ਸਿੰਘ ਅਕਾਲਗੜ੍ਹ, ਜਿਹੜੇ 28 ਸਾਲ ਦੀ ਕੈਦ ਕੱਟ ਕੇ, ਔਰ ਉਹ ਵੀ ਪਿਛਲੇ ਸਮੇਂ ਦੇ ਦੌਰਾਨ ਰਿਹਾ ਹੋ ਕੇ ਹਾਲੀ 2 ਸਾਲ ਵੀ ਉਹਨਾਂ ਦੀ ਰਿਹਾਈ ਨੂੰ ਨਹੀਂ ਹੋਏ। ਸੋ ਜੇ ਤੁਸੀਂ ਪੁੱਛਦੇ ਹੋ ਕਿ 25 ਸਾਲ ਉਹ ਕੀ ਕਰ ਰਹੇ ਸੀਗੇ, ਤੇ ਭਾਈ ਉਹ ਜੋ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪੰਥ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਸੀਗਾ, ਉਸ ਸੰਘਰਸ਼ ਦੇ ਬਦਲੇ ਇੰਡੀਆ ਦੇ ਵਿੱਚ 14 ਸਾਲ ਆਮ ਜਿਹੜੀ ਟਾਡਾ ਦਾ ਕੈਦੀ ਹੈ, ਉਹਨੂੰ 14 ਸਾਲ ਬਾਅਦ ਉਹ ਰਿਹਾਈ ਦਾ ਕੇਸ ਵਿਚਾਰ ਕੇ ਰਿਹਾਈ ਦੇ ਦਿੰਦੇ ਆ ਜੀ। ਆਮ ਕੈਦੀ ਦੀ 10 ਸਾਲਾਂ ਦੇ ਵਿੱਚ ਵੀ ਜਿਹੜੀ ਰਿਹਾਈ ਦਾ ਨਕਸ਼ਾ ਆ ਉਹ ਤੋੜ ਕੇ ਰਿਹਾਈ ਦੇ ਦਿੰਦੇ ਆ। ਸੋ ਜੇ ਦੁੱਗਣੀ ਸਜ਼ਾ, 1 ਉਮਰ ਕੈਦ ਹੋਈ ਤੇ 2 ਉਮਰ ਕੈਦਾਂ ਦੀ ਮਿਆਦ ਕੱਟ ਕੇ ਆਏ, ਇਸ ਕਰਕੇ ਕਿ ਹਕੂਮਤ ਦੇ ਅੱਗੇ ਗੋਡੇ ਨਹੀਂ ਟੇਕੇ। ਔਰ ਮੈਂ ਦੱਸਣਾ ਚਾਹੁੰਦਾ ਕਿ ਕਨਿਸ਼ਕ ਕਾਂਡ ਦੇ ਮਾਮਲੇ ਦੇ ਵਿੱਚ ਭਾਈ ਲਾਲ ਸਿੰਘ ਹੁਣਾਂ ਨੂੰ ਬਕਾਇਦਾ ਜਿਹੜੀ ਕੈਨੇਡਾ ਦੀ ਖੂਫੀਆ ਏਜੰਸੀ ਸੀਗੀ, ਉਹ ਆ ਕੇ ਮਿਲਦੇ ਰਹੇ, ਉਹ ਆਫਰ ਕਰਦੇ ਰਹੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਸਰਕਾਰੀ ਪੱਖ ਦੀ ਗਵਾਹੀ ਦੇ ਦਿਓ, ਤੁਹਾਨੂੰ ਇੱਥੋਂ ਕੱਢਣਾ, ਔਰ $2 ਕਰੋੜ ਦੀ ਆਫਰ, ਤੇ ਨਾਲ ਇਹ ਗੱਲ ਕਹੀ ਕਿ ਦੁਨੀਆ ਦੇ ਕਿਸੇ ਵੀ ਮੁਲਕ ਦਾ ਪਾਸਪੋਰਟ ਲੈ ਕੇ ਉੱਥੇ ਸੈਟਲ ਕਰਾਉਣ ਦੀ ਜ਼ਿੰਮੇਵਾਰੀ ਹੋਊਗੀ। ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਪਹਿਲੀ ਗੱਲ ਤੇ ਵੀ ਜੋ ਗੱਲ ਤੁਸੀਂ ਕਰਨ ਲਈ ਕਹਿ ਰਹੇ ਇਹ ਗੱਲ ਹੈ ਨਹੀਂ, ਇਹ ਗੱਲ ਝੂਠ ਹੈ। ਔਰ ਦੂਸਰੀ ਗੱਲ ਵੀ ਮੈਂ ਆਪਦੀ ਰਿਹਾਈ ਦੇ ਵਾਸਤੇ ਜਾਂ ਇਹਨਾਂ ਲੋਭ ਲਾਲਚਾਂ ਦੇ ਵਾਸਤੇ ਪੰਥ ਨੂੰ ਧੋਖਾ ਜਿਹੜਾ ਆ ਉਹ ਨਹੀਂ ਦੇ ਸਕਦਾ। ਔਰ ਇਹੀ ਕਾਰਨ ਹੈ ਕਿ ਉਹ ਭਾਈ ਲਾਲ ਸਿੰਘ 1 ਉਮਰ ਕੈਦ ਹੋਈ ਦੇ ਉੱਤੇ ਲਗਭਗ 2 ਦੇ ਬਰਾਬਰ ਦੀ ਮਿਆਦ ਕੱਟ ਕੇ ਜਿਹੜੇ ਹਾਲੀ 2 ਸਾਲ ਉਹਨਾਂ ਦੀ ਰਿਹਾਈ ਨਹੀਂ ਹੋਈ। ਔਰ ਕੋਈ ਬੰਦਾ ਇਹ ਗੱਲ ਕਹੇ ਕਿ 25 ਸਾਲਾਂ 'ਚ ਇਸ ਤਰ੍ਹਾਂ ਦੇ ਨਿਰਾਦਰਯੋਗ ਸ਼ਬਦ ਵਰਤੇ, ਇਹ ਨਿਹਾਇਤ ਮਾੜੀ ਗੱਲ ਹੈ। ਤੀਸਰੇ ਉਹਦੇ ਵਿੱਚ ਹੈਗੇ ਨੇ ਭਾਈ ਨਰੈਣ ਸਿੰਘ ਚੌੜਾ, ਜਿਹੜੇ ਉਹਨਾਂ ਥੋੜੀਆਂ ਸ਼ਖਸੀਅਤਾਂ ਦੇ ਵਿੱਚੋਂ ਨੇ ਕਿ ਜਿਹੜੇ 1984 ਤੋਂ ਪਹਿਲਾਂ ਦੇ ਪੰਥਕ ਸੰਘਰਸ਼ ਦੇ ਵਿੱਚ ਸਰਗਰਮ ਨੇ। 1982 ਦੇ ਵਿੱਚ ਉਹਨਾਂ ਨੇ ਅਕਾਲ ਫੈਡਰੇਸ਼ਨ ਬਣਾਈ। 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ, ਉਹਨਾਂ ਦੇ ਖਿਲਾਫ ਛਾਪੇਮਾਰੀ ਹੋਈ, ਉਸ ਤੋਂ ਬਾਅਦ ਦੇ ਵਿੱਚ ਉਹ ਰੂਪੋਸ਼ ਹੋਏ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹ 1984 1 ਅਗਸਤ ਨੂੰ ਸਰਹੱਦ ਪਾਰ ਕਰ ਜਾਂਦੇ ਆ, ਸਰਹੱਦ ਪਾਰ ਕਰਕੇ ਪਾਰ ਚਲੇ ਜਾਂਦੇ, ਉੱਥੋਂ ਸੰਘਰਸ਼ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੇ ਆ। ਮਾਰਚ 1986 ਦੇ ਵਿੱਚ ਉਹ ਵਾਪਸ ਆਉਂਦੇ ਆ। 1995 ਤੱਕ ਉਹਨਾਂ ਦੀ ਗ੍ਰਿਫਤਾਰੀ ਹੋਣ ਤੱਕ ਉਹ ਰੂਪੋਸ਼ ਵਿਚਰੇ ਨੇ। ਰੂਪੋਸ਼ ਵਿਚਰਦਿਆਂ ਹੋਇਆਂ ਜੋ ਸੰਘਰਸ਼ ਦੇ ਵਿੱਚ ਮਹਾਰਾਜ ਨੇ ਉਹਨਾਂ ਦੇ ਕੋਲੋਂ ਯੋਗ ਸੇਵਾ ਲਈ, ਉਹ ਉਹਨਾਂ ਨੇ ਕੀਤੀ। 95 ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ, ਜੋ ਹਕੂਮਤ ਵੱਲੋਂ ਕੇਸ ਪਾਏ ਜਾਂਦੇ ਉਹਨਾਂ ਕੇਸਾਂ ਦਾ ਸਾਹਮਣਾ ਕਰਦੇ ਨੇ। 97 ਦੇ ਵਿੱਚ ਕੁਝ ਕੇਸ ਬਰੀ ਹੋਣ ਤੋਂ ਬਾਅਦ, ਕੁਝ ਦੇ ਵਿੱਚ ਜ਼ਮਾਨਤ ਹੋਣ ਤੋਂ ਬਾਅਦ ਬਾਹਰ ਆਉਂਦੇ ਆ। ਉਸ ਤੋਂ ਬਾਅਦ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਸਾਥੀਆਂ ਦੇ ਨਾਲ ਹਰਨ ਹੁੰਦੇ ਨੇ ਬੁੜੈਲ ਜੇਲ੍ਹ ਦੇ ਵਿੱਚੋਂ, ਉਸ ਤੋਂ ਬਾਅਦ ਦੇ ਵਿੱਚ 29 ਜਨਵਰੀ 2004 ਨੂੰ ਭਾਈ ਨਰੈਣ ਸਿੰਘ ਹੁਣਾਂ ਨੂੰ ਉਸ ਕੇਸ ਦੇ ਵਿੱਚ ਭਾਈ ਹਵਾਰਾ ਹੁਣਾਂ ਨੂੰ ਹਰਨ ਹੋਣ ਦੇ ਵਿੱਚ ਮਦਦ ਕਰਨ ਦੇ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਅਪ੍ਰੈਲ 2005 ਦੇ ਵਿੱਚ ਉਹਨਾਂ ਦੀ ਰਿਹਾਈ ਹੁੰਦੀ ਹੈ। ਉਸ ਤੋਂ ਬਾਅਦ ਦੁਬਾਰਾ ਫੇਰ ਕੇਸ ਪਾਏ ਜਾਂਦੇ ਨੇ। 2010 ਤੋਂ ਲੈ ਕੇ 2013 ਤੱਕ ਉਹ ਰੂਪੋਸ਼ ਰਹਿੰਦੇ ਆ। 26 ਫਰਵਰੀ 2013 ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 2018 ਦੇ ਵਿੱਚ ਜਾ ਕੇ 5 ਸਾਲ ਬਾਅਦ ਉਹਨਾਂ ਦੀ ਰਿਹਾਈ ਹੁੰਦੀ ਹੈ। ਜਿਹੜੇ ਕੇਸ ਹਕੂਮਤ ਵੱਲੋਂ ਪਾਏ ਗਏ ਸੀ ਉਹ ਕੀਤੇ ਤੇ ਇੱਕ ਕੇਸ ਉਹਨਾਂ ਦੇ ਖਿਲਾਫ ਜਿਹੜਾ ਉਹ ਅਜੇ ਵੀ ਪੈਂਡਿੰਗ ਹੈ।
ਔਰ ਜਿਹੜੇ ਜਸਵੰਤ ਸਿੰਘ ਖਾਲੜਾ ਹੋਣਾ ਨੇ ਕੇਸ ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਪਵਾਏ ਸੀਗੇ, ਉਹਨਾਂ ਕੇਸਾਂ ਦੇ ਵਿੱਚ ਜੋ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਚੱਲ ਰਹੀ ਉਹਦੀ ਪੈਰਵਾਈ ਕਰ ਰਹੇ। ਮੇਰੇ ਖਿਆਲ ਜਿਹੜਾ ਬੰਦਾ ਵੀ ਕੋਈ ਪੰਜਾਬ ਦੇ ਵਿੱਚ ਵਿਚਰਦਾ ਆ, ਸਿੱਖ ਸਫਾਂ ਦੇ ਵਿੱਚ ਵਿਚਰਦਾ, ਪੰਥਕ ਸੰਘਰਸ਼ ਦੇ ਨਾਲ ਵਾਸਤਾ ਹੈਗਾ, ਉਹਨੂੰ ਕਹਿ ਕੇ ਦੱਸਣ ਦੀ ਲੋੜ ਨਹੀਂ ਹੈਗੀ ਕਿ ਨਰੈਣ ਸਿੰਘ ਹੋਣੀ ਕਿਸ ਤਰੀਕੇ ਦੇ ਨਾਲ ਅੱਜ ਵੀ ਉਹਨਾਂ ਮਾਮਲਿਆਂ ਦੇ ਵਿੱਚ ਸਰਗਰਮ ਹੈਗੇ ਔਰ ਲਗਾਤਾਰ ਹਰ ਪੰਥਕ ਸਰਗਰਮੀ ਦੇ ਵਿੱਚ ਰਹੇ ਆ ਜੀ। ਉਹਨਾਂ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰੀਏ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ, 1984 ਦੇ ਵਿੱਚ ਉਹ ਸੰਘਰਸ਼ ਦੇ ਵਿੱਚ ਸਰਗਰਮ ਹੁੰਦੇ ਆ। ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਜੋ ਪੰਥ ਦੋਖੀ, ਬਿਲਕੁਲ ਚੋਟੀ ਦੇ ਪੰਥ ਦੋਖੀ ਸੀਗੇ, ਜਿਨ੍ਹਾਂ ਨੇ ਵੱਡੇ ਜ਼ੁਲਮ ਕੀਤੇ ਸੀ, ਚਾਹੇ ਉਹ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਲੇ ਵੈਦਿਆ ਵਰਗੇ ਹੋਣ, ਚਾਹੇ ਉਹ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਜੈਨੋਸਾਈਡ ਕੀਤਾ ਸੀਗਾ। ਸੋ ਉਹਨਾਂ ਸਾਰਿਆਂ ਨੂੰ ਜੇਕਰ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਕਿਸੇ ਨੇ ਉਹਨਾਂ ਨੂੰ ਪੰਥਕ ਰਵਾਇਤ ਦੇ ਅਨੁਸਾਰ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਹੈ, ਉਹਦੇ ਵਿੱਚ ਭਾਈ ਦਲਜੀਤ ਸਿੰਘ ਹੋਣਾ ਹੀ ਉਸ ਸਾਰੇ ਜਥੇ ਦਾ ਹਿੱਸਾ ਰਹੇ। 2005 ਦੇ ਵਿੱਚ ਪਹਿਲੀ ਵਾਰ ਉਹ ਪੈਰੋਲ ਦੇ ਉੱਪਰ ਆਉਂਦੇ ਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਕੇਸ ਭੁਗਤਦਿਆਂ ਹੋਇਆਂ ਆਪਣੀ ਗ੍ਰਿਫਤਾਰੀ ਤੋਂ ਬਾਅਦ ਲਗਭਗ ਲੰਬਾ ਸਮਾਂ ਜੇਲ੍ਹ ਦੇ ਵਿੱਚ, ਕਦੇ ਤਿਹਾੜ ਦੇ ਵਿੱਚ, ਮੈਕਸਿਮਮ ਸਿਕਿਉਰਿਟੀ ਜੇਲ੍ਹ ਨਾਭਾ ਦੇ ਵਿੱਚ ਕੈਦ ਰਹੇ। ਉਸ ਤੋਂ ਬਾਅਦ ਜਦੋਂ ਬਾਹਰ ਵੀ ਆਏ ਆ, ਜਿੰਨਾ ਸਮਾਂ ਵੀ ਉਹ ਵਿਚਰੇ ਨੇ, ਉਸ ਸਮੇਂ ਦੇ ਦੌਰਾਨ ਪੈਰ ਪੈਰ ਦੇ ਉੱਪਰ ਕਦੀ ਸੈਡੀਸ਼ਨ ਦੇ, ਦੇਸ਼ ਧਰੋਹ ਦੇ ਜਿਹੜੇ ਮੁਕੱਦਮੇ ਆ ਉਹਨਾਂ ਦੇ ਖਿਲਾਫ ਦਰਜ ਹੁੰਦੇ ਆ। 2007 ਦੇ ਵਿੱਚ ਜਦੋਂ ਸੌਦਾ ਸਾਧ ਵਾਲਾ ਮਸਲਾ ਹੋਇਆ, ਦੇਖੋ ਮੈਂ ਖਾਲਸਾ ਐਕਸ਼ਨ ਕਮੇਟੀ ਦਾ ਉਸ ਸਮੇਂ ਮੈਂਬਰ ਸੀ ਜੀ, ਔਰ ਰਹਿੰਦਿਆਂ ਹੋਇਆਂ ਮੈਂ ਦੇਖਿਆ ਕਿ ਜਿਹੜੀ 2015 ਦੇ ਵਿੱਚ ਇਹਨਾਂ ਨੇ ਮੁਆਫੀਨਾਮਾ ਦਿੱਤਾ ਆ, ਉਹ ਮੁਆਫੀਨਾਮਾ ਕਿਸੇ ਸਮਾਂ ਬਣਿਆ, ਦੱਸਾਂਗੇ ਵੀ ਉਹ ਕੌਣ ਲੈ ਕੇ ਆਏ ਸੀ। ਉਹ ਮੁਆਫੀਨਾਮਾ 2007 ਦੇ ਵਿੱਚ ਆਇਆ। ਦੀਨਾ ਕਾਂਗੜ ਤੋਂ ਦਮਦਮਾ ਸਾਹਿਬ ਮਾਰਚ ਨਿਕਲਣਾ ਸੀ, ਉਸ ਮਾਰਚ ਤੋਂ ਪਹਿਲੋਂ ਆਇਆ। ਲਿਫਾਫਾ ਬੰਦ ਸੀ, ਵਿਦਾਂਤੀ ਸਾਹਿਬ ਜਥੇਦਾਰ ਸੀਗੇ, ਉਹ ਬਾਹਰ ਗਏ ਹੋਏ ਸੀ। ਉਸ ਸਮੇਂ ਮਜਬੂਰੀ ਬਣ ਗਈ ਕਿ ਵਿਦਾਂਤੀ ਸਾਹਿਬ ਬਾਹਰ ਨੇ। ਖਾਲਸਾ ਐਕਸ਼ਨ ਕਮੇਟੀ ਦੇ ਕਿਹੜੇ ਆਗੂ ਨੇ ਜ਼ੋਰ ਨਹੀਂ ਲਾਇਆ ਕਿ ਤੁਸੀਂ ਦਮਦਮਾ ਸਾਹਿਬ ਵਾਲਾ ਜਿਹੜਾ ਮਾਰਚ ਆ ਉਹ ਰੱਦ ਕਰ ਦਿਓ। ਜੇ ਉਹ ਮਾਰਚ ਨਿਕਲਿਆ, ਜੇ ਉਸ ਸਾਰੇ ਸੰਘਰਸ਼ ਦਾ ਮੁੱਢ ਵੱਜਿਆ, ਉਹਦੇ ਵਿੱਚ ਜੇ ਕਿਸੇ ਇੱਕ ਸ਼ਖਸ ਦੀ ਭੂਮਿਕਾ ਕਹਿਣੀ ਹੋਵੇ ਤੇ ਕੋਈ ਮਤਲਬ ਨਿੱਜੀ ਉਸਤਤ ਨਹੀਂ ਗਈ, ਮੈਂ ਆਪਦੇ ਨਿੱਜੀ ਤਜਰਬੇ ਤੋਂ ਇਸ ਗੱਲ ਦਾ ਗਵਾਹ ਹੋਣ ਦੇ ਨਾਤੇ ਇਹ ਗੱਲ ਕਹਿਣਾ ਕਿ ਉਹ ਭਾਈ ਦਲਜੀਤ ਸਿੰਘ ਸੀ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਸੰਗਤ ਅੱਜ ਜਿੰਨੀ ਲੀਡਰਸ਼ਿਪ ਸੀਗੀ ਉਹਨੂੰ ਨਕਾਰ ਚੁੱਕੀ, ਤੁਹਾਡੇ ਉੱਪਰ ਭਰੋਸਾ ਕਰ ਰਹੀ, ਗੁਰੂ ਦੇ ਆਦਰ ਦੀ ਗੱਲ ਆ। ਪਹਿਲੀ ਗੱਲ ਤੇ ਇਹ ਕਿ ਉਹ ਫੋਟੋ ਸਟੇਟ ਮਾਫੀਨਾਮੇ ਦੀ ਲਿਆ ਕੇ ਦਿਖਾ ਰਹੇ ਸੀ ਜਿਹੜੇ ਸੱਜਣ ਲੈ ਕੇ ਆਏ ਸੀ। ਉਹਨਾਂ ਨੇ ਕਿਹਾ ਵੀ ਇਹ ਕੋਈ ਮਾਫੀਨਾਮਾ ਨਹੀਂ ਹੈਗਾ। ਦੂਜੀ ਗੱਲ, ਜਥੇਦਾਰ ਸਾਹਿਬ ਦੇ ਨਾਂ ਦੇ ਉੱਪਰ ਇੱਕ ਬੰਦ ਲਿਫਾਫਾ ਚਿੱਠੀ ਆਉਂਦੀ ਹੈ ਤੇ ਤੁਸੀਂ ਇਹ ਕਹੋ ਵੀ ਅਸੀਂ ਬੰਦ ਲਿਫਾਫਾ ਚਿੱਠੀ ਦੇ ਉੱਤੇ ਆਪਦਾ ਮਾਰਚ ਵਾਪਸ ਲੈਣੇ। ਸੰਗਤ ਨੇ ਜਿਹੜੀਆਂ ਤੁਹਾਡੇ ਤੇ ਭਾਵਨਾਵਾਂ ਰੱਖੀਆਂ ਆ ਵੀ ਉਹ ਉਹਨਾਂ ਦੇ ਕੀ ਬਣੂਗਾ। ਸੋ ਉਹ ਮਾਰਚ ਨਿਕਲਿਆ, ਉਸ ਮਾਰਚ ਅਨਪ੍ਰੈਸੀਡੈਂਟਡ ਇਕੱਠ ਹੋਇਆ, ਕਿਸੇ ਨੂੰ ਉਮੀਦ ਨਹੀਂ ਸੀਗੀ। ਪੁਲਿਸ ਨੇ ਟਰਾਲੀਆਂ ਮਿੱਟੀ ਦੀਆਂ ਭਰ ਕੇ ਰੱਖੀਆਂ, ਲੋਕਾਂ ਨੇ ਹੱਥਾਂ ਦੇ ਨਾਲ ਪਲਟਾਈਆਂ। ਔਰ ਮੈਂ ਇੱਕ ਗੱਲ ਇਹ ਵੀ ਦੱਸਾਂ ਕਿ 5 ਸਿੰਘ ਉਸ ਮਾਰਚ ਦੀ ਜਿਨ੍ਹਾਂ ਨੇ ਅਗਵਾਈ ਕੀਤੀ ਉਹ ਬਿਲਕੁਲ ਸੰਗਤ ਦੇ ਵਿੱਚੋਂ ਸੀਗੇ। ਔਰ ਉਹਨਾਂ ਨੇ ਜਦੋਂ ਦਮਦਮਾ ਸਾਹਿਬ ਮਾਰਚ ਪਹੁੰਚਿਆ, ਉਹਨਾਂ ਨੇ ਭਾਈ ਦਲਜੀਤ ਸਿੰਘ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ। ਤਖਤ ਸਾਹਿਬ ਦੇ ਮਗਰਲੇ ਪਾਸੇ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਦੇ ਪਿਛਲੇ ਪਾਸੇ ਤਖਤ ਦਾ ਸਥਾਨ ਹੁੰਦਾ, ਉਸ ਸਥਾਨ ਦੇ ਉੱਪਰ ਉਹਨਾਂ ਨੇ ਸਾਹਮਣੇ ਬਿਠਾ ਕੇ ਪੁੱਛਿਆ ਵੀ ਭਾਈ ਸਾਹਿਬ, ਅੱਜ ਤੁਹਾਡੇ ਉੱਪਰ ਸੰਗਤ ਭਰੋਸਾ ਕਰਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਆਈ, ਕੱਲ ਨੂੰ ਤੁਸੀਂ ਤਾਂ ਇਸ ਸੰਘਰਸ਼ ਨੂੰ ਪਿੱਠ ਨਹੀਂ ਦਿਓਗੇ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਇਸ ਗੱਲ ਦੇ ਸਾਹਮਣੇ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਨਹੀਂ, ਜਿੰਨੀ ਸਾਡੇ 'ਚ ਸਮਰੱਥਾ ਹੈ, ਇਹ ਸੰਘਰਸ਼ ਗੁਰੂ ਦਾ ਆ, ਜਿੰਨਾ ਗੁਰੂ ਓਟ ਆਸਰਾ ਦਊਗਾ ਚੱਲੂਗਾ। ਔਰ 2009 ਦੇ ਵਿੱਚ ਜਿੰਨੀ ਦੇਰ ਤੱਕ ਸਟੇਟ ਨੇ ਬਿਲਕੁਲ ਕ੍ਰਸ਼ ਨਹੀਂ ਕਰ ਦਿੱਤਾ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ UAPA ਦੇ ਕੇਸ ਨਹੀਂ ਦਰਜ ਕਰ ਦਿੱਤੇ, ਉਸ ਸੰਘਰਸ਼ ਦੀ ਲਗਾਤਾਰਤਾ ਜਿਹੜੀ ਹੈ ਉਹ ਬਣੀ ਰਹੀ 2 ਸਾਲ ਤੱਕ। ਉਸ ਤੋਂ ਬਾਅਦ ਦੇ ਵਿੱਚ UAPA ਦੇ ਕੇਸ ਦਰਜ ਹੋਏ, ਉਹਨਾਂ ਦੇ ਵਿੱਚੋਂ 2012 ਦੇ ਵਿੱਚ ਉਹਨਾਂ ਦੀ ਜ਼ਮਾਨਤ ਹੁੰਦੀ ਹੈ। ਕੁਝ ਮਹੀਨੇ ਬਾਅਦ ਹੀ ਉਹਨਾਂ ਨੂੰ ਦੁਬਾਰਾ ਫੇਰ ਕੇਸ ਪਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ, ਫਿਰ ਜ਼ਮਾਨਤ ਹੋ ਕੇ ਆਉਂਦੀ ਹੈ। ਫਿਰ 12 ਦੇ ਅਖੀਰ ਦੇ ਵਿੱਚ ਦੁਬਾਰਾ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ। 2013 ਦੇ ਵਿੱਚ ਉਹਨਾਂ ਦੀ ਦੁਬਾਰਾ ਜ਼ਮਾਨਤ ਦੇ ਉੱਪਰ ਰਿਹਾਈ ਹੁੰਦੀ। ਮਾਮਲੇ ਜਿਹੜੇ ਆ ਉਹ 14 ਦੇ ਵਿੱਚ ਜਾ ਕੇ ਨਿਬੜਦੇ ਨੇ। ਔਰ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਇੱਕ ਤਾਂ ਜੋ ਸੰਘਰਸ਼ ਦਾ ਸਾਰਾ ਸਾਖੀ ਸੀਗੀ ਉਹ ਲਿਖਣ ਦਾ ਕਾਰਜ ਸ਼ੁਰੂ ਕੀਤਾ। 2015 ਦੇ ਵਿੱਚ ਅਗਾਂਹ ਤੁਰਨ ਤੋਂ ਪਹਿਲਾਂ ਦਸਤਾਵੇਜ਼ ਜਿਹਦੇ ਵਿੱਚ ਸਾਰੀ ਇੱਕ ਹਾਲਾਤ ਦੀ ਪੜਚੋਲ ਦਿੱਤੀ, ਉਹ ਸਾਰੇ ਪੰਥ ਦੇ ਸਨਮੁਖ ਰੱਖਿਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪ੍ਰੇਰਣਾ ਦੇ ਨਾਲ ਐਨਾਲਿਸਿਸ ਦਾ ਸਿਲਸਿਲਾ ਸ਼ੁਰੂ ਹੋਇਆ। 2020 ਦੇ ਵਿੱਚ ਜਿਹੜਾ ਦੂਸਰਾ ਦਸਤਾਵੇਜ਼ ਸੀਗਾ ਅਗਾਂਹ ਵੱਲ ਨੂੰ ਤੁਰਦਿਆਂ
ਉਹਦੇ ਵਿੱਚ ਦੱਸਿਆ ਕਿ ਭਵਿੱਖ ਦੀ ਪੇਸ਼ਕਦਮੀ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ। ਔਰ ਇਸ ਸਾਰੇ ਅਰਸੇ ਦੇ ਦੌਰਾਨ ਖਾੜਕੂ ਸੰਘਰਸ਼ ਦੀ ਸਾਖੀ ਮੁਕੰਮਲ ਕੀਤੀ, ਉਹਦਾ ਪਹਿਲਾ ਭਾਗ ਆਇਆ, ਹੁਣ ਦੂਸਰਾ ਭਾਗ ਆਇਆ। ਔਰ ਹੁਣ ਵੀ ਪਿਛਲੇ ਸਾਲ 2020 ਮਾਰਚ ਤੋਂ ਲਗਾਤਾਰ ਉਹਨਾਂ ਨੇ ਪਹਿਲੋਂ ਸੰਘਰਸ਼ ਵਾਲੇ ਜੀਆਂ ਦੇ ਨਾਲ ਸੰਪਰਕ ਸਾਧਿਆ, ਉਹਨਾਂ 'ਚ ਤਾਲਮੇਲ ਕੀਤਾ, ਪੰਥਕ ਸੰਪਰਦਾਵਾਂ ਦੇ ਨਾਲ, ਸੰਸਥਾਵਾਂ ਦੇ ਨਾਲ, ਪੰਥਕ ਸ਼ਖਸੀਅਤਾਂ ਦੇ ਨਾਲ, ਵਿਦਵਾਨਾਂ ਦੇ ਨਾਲ, ਵਿਚਾਰਵਾਨਾਂ ਦੇ ਨਾਲ, ਨੌਜਵਾਨਾਂ ਦੇ ਨਾਲ, ਪ੍ਰਚਾਰਕਾਂ ਦੇ ਨਾਲ, ਸਭ ਦੇ ਨਾਲ ਗੋਸ਼ਟੀਆਂ ਕੀਤੀਆਂ ਔਰ ਇੱਕ ਭਵਿੱਖ ਦੀ ਅਮਲਦਾਰੀ ਜਿਹੜੀ ਆ ਉਹ ਕੱਢ ਕੇ ਸਾਹਮਣੇ ਲਿਆਂਦੀ ਆ। ਸੋ ਜੇਕਰ ਕਿਸੇ ਨੂੰ ਵੀ ਇਹ ਗੱਲਾਂ ਨਹੀਂ ਨਜ਼ਰ ਆ ਰਹੀਆਂ ਤੇ ਬੰਦੇ ਕਹਿ ਰਹੇ ਕਿ ਪਿਛਲੇ 25 ਸਾਲ ਦੇ ਦੌਰਾਨ ਕੁਝ ਹੋਇਆ ਹੀ ਨਹੀਂ ਹੈ, ਮੈਨੂੰ ਲੱਗਦਾ ਕਿ ਇਹ ਦੇਖਣ ਦੀ ਦ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਵੀ ਇਸ ਗੱਲ ਦਾ ਫਰਕ ਹੈਗਾ। ਫਿਰ ਉਸ ਤੋਂ ਇਲਾਵਾ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ ਦੋਵੇਂ ਸੰਘਰਸ਼ ਦੇ ਨਾਲ ਸੰਬੰਧਿਤ ਨੇ। ਭਾਈ ਸਤਨਾਮ ਸਿੰਘ ਝੰਜੀਆ ਕੇਸਾਂ ਦੇ ਵਿੱਚ ਰਹੇ, ਕੁੱਲ ਉਹਨਾਂ ਦੀ ਕੈਦ ਦਾ ਸਮਾਂ ਜਿਹੜਾ ਸੰਘਰਸ਼ ਦੇ ਦੌਰਾਨ ਟਾਡਾ ਦੇ ਕੇਸ ਪਏ 8 ਸਾਲ ਤੋਂ ਉੱਪਰ ਬਣਦਾ। ਫਿਰ ਭਾਈ ਸਤਨਾਮ ਸਿੰਘ ਖੰਡੇਵਾਲਾ, ਬਾਬਾ ਚਰਨ ਸਿੰਘ ਜਿਨ੍ਹਾਂ ਨੂੰ ਜਿਪਸੀ ਦੇ ਨਾਲ ਬੰਨ ਕੇ ਪਾੜ ਦਿੱਤਾ ਸੀ, ਉਹਨਾਂ ਦੇ ਤਾਇਆ ਜੀ ਸੀਗੇ, ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਹਾਦਤਾਂ ਹੋਈਆਂ। ਦੋਵਾਂ ਸਿੰਘਾਂ ਨੇ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ, ਉਸ ਸਮੇਂ ਉਹਨਾਂ ਨੇ ਇੱਕ ਪੰਥਕ ਪਰੰਪਰਾ ਦਾ ਇੱਕ ਜਲਾਉ ਜਿਹੜਾ ਸੀ ਉਹ ਦਿਖਾਇਆ। ਉਹਨਾਂ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਪੰਥ ਦੀ ਭਾਵਨਾ ਦੇ ਉਲਟ ਜਾ ਕੇ ਕੀਤਾ। ਔਰ ਅੰਮ੍ਰਿਤ ਸੰਚਾਰ ਦੀ ਸੇਵਾ ਦੇ ਵਿੱਚ ਸੀਗੇ, ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ। ਉਹਦੇ ਬਾਵਜੂਦ ਅੱਜ ਤੱਕ ਉਹ ਆਪਣਾ ਜਿਸ ਤਰ੍ਹਾਂ ਇੱਕ ਸਿੱਖ ਨੂੰ ਬਣਦਾ ਆ ਇੱਕ ਨਿਸ਼ਕਾਮ ਤੌਰ ਦੇ ਉੱਪਰ ਅੰਮ੍ਰਿਤ ਸੰਚਾਰ ਕਰਨ ਦਾ, ਉਹ ਅੰਮ੍ਰਿਤ ਸੰਚਾਰ ਦੀ ਸੇਵਾ ਕਰ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਭੁਪਿੰਦਰ ਸਿੰਘ ਭਲਵਾਨ ਦੋਵੇਂ ਅਖੰਡ ਕੀਰਤਨੀ ਜਥੇ ਤੇ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਨੇ। ਜੋ ਮਹਾਰਾਜ ਉਹਨਾਂ ਤੋਂ ਸੇਵਾ ਲੈ ਰਹੇ ਉਹ ਕਰ ਰਹੇ ਆ। ਭਾਈ ਹਰਦੀਪ ਸਿੰਘ ਮਹਾਰਾਜ ਨੇ 2007 ਤੋਂ ਤਾਂ ਮੈਂ ਦੇਖਦਾ ਸਰਸੇ ਵਾਲੇ ਸਾਧ ਦੇ ਮਾਮਲੇ ਤੋਂ ਲਗਾਤਾਰ ਹਰ ਮਸਲੇ ਦੇ ਵਿੱਚ ਉਹ ਸਰਗਰਮ ਨੇ। ਉਹਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿਸੜੂ, ਭਾਈ ਸੁਖਦੇਵ ਸਿੰਘ ਡੋਡ, ਸ਼ਾਇਦ ਬਹੁਤੇ ਲੋਕ ਨਾ ਜਾਣਦੇ ਹੋਣ, ਦੋਵੇਂ ਸ਼ਖਸੀਅਤਾਂ ਬਕਾਇਦਾ ਇੱਕ ਸਿਆਸੀ ਵਜੂਦ ਵਾਲੀਆਂ ਸ਼ਖਸੀਅਤਾਂ ਨੇ। ਜੇ ਸੰਘਰਸ਼ ਨੂੰ ਪਿੱਠ ਦੇ ਕੇ ਉਹਨਾਂ ਨੇ ਕਿਸੇ ਵੀ ਪਾਰਟੀ ਦੇ ਵਿੱਚ ਜਾਣਾ ਹੁੰਦਾ ਤੇ ਕਿਸੇ ਤਰ੍ਹਾਂ ਦੀ ਵੀ ਅਹੁਦੇਦਾਰੀ ਦੇ ਉਹ ਕਾਬਲ ਨੇ। ਜਿੰਨੇ ਸਿਆਸਤਦਾਨ ਆਪਾਂ ਵਿਚਰਦੇ ਦੇਖਦੇ, ਕਿਸੇ ਦੇ ਨਾਲੋਂ ਵੀ ਵੱਧ ਲਿਆਕਤ ਵਾਲੇ ਉਹ ਹੈਗੇ ਆ, ਪਰ ਸਦਾ ਸੰਘਰਸ਼ ਦੇ ਨਾਲ ਖੜੇ ਰਹੇ ਆ। ਸੋ ਇਹ ਪਿਛਲੇ 25 ਸਾਲਾਂ ਦਾ ਜਿਹੜਾ ਸਵਾਲ ਕੀਤਾ ਗਿਆ, ਇਹ ਇਹਨਾਂ ਬੰਦਿਆਂ ਨੂੰ ਵਿਚਾਰਨਾ ਚਾਹੀਦਾ। ਔਰ ਦੂਸਰੀ ਗੱਲ ਮੈਂ ਇਹ ਕਹੂੰਗਾ ਕਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਬੰਦੇ ਨੂੰ ਕਿਸੇ ਬਾਰੇ ਵੀ ਕਹਿਣ ਤੋਂ ਪਹਿਲਾਂ ਤੁਹਾਡੇ ਕੋਈ ਵੀ ਇਤਰਾਜ਼ ਹੋ ਸਕਦੇ, ਵਖਰੇਵੇਂ ਹੋ ਸਕਦੇ ਆ, ਪਰ ਘੱਟੋ ਘੱਟ ਗਲਤ ਬਿਆਨੀ ਜਿਹੜੀ ਹੈ